सत श्री अकाल। पंजाबी खबरों का एक खास बुलेटिन लैके आज फिर हाज़र हाँ। गल करांगे पंजाब दीयां वड्डियां ते खास खबरों की। स्कीम अग्निपथ योजना नूं लैके भारतीय सेना ने सांझे रूप में एक प्रैस कॉन्फ्रेंस की। उन्होंने इस प्रैस कॉन्फ्रेंस के जरिए अपना स्पष्टीकरण दिता है। उन्होंने इस प्रैस कॉन्फ्रेंस के जरिए दसिया है कि ये जो अग्निपथ स्कीम है इसनूं किसी भी रूप में वापस नहीं लिया जा सकता। ਅਤੇ इस पूरी खबर ਤੇ मुकम्मल जानकारी ਲਈ सीधा रुख करांगे साडे सीनियर पत्रकार सुरिंदर डल्ला जी ਦਾ। डल्ला जी, ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਖਬਰ ਨੂੰ? देखो, ਭਾਰਤੀ ਫੌਜ ਦੀਆਂ ਤਿੰਨੇ ਜਿਹੜੀਆਂ ਸਾਡੇ ਵਿੰਗ ਨੇ, ਤਿੰਨੇ ਵਿੰਗ ਦੇ ਜਿਹੜੇ ਵੱਡੇ ਵੱਡੇ ਅਧਿਕਾਰੀ ਨੇ, ਉਹਨਾਂ ਨੇ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਕਈ ਤਰ੍ਹਾਂ ਦੇ ਆંકੜੇ ਆ ਜਿਹੜੇ ਪੇਸ਼ ਕੀਤੇ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ 1999 ਤੋਂ ਰਿਫਾਰਮਸ ਚੱਲ ਰਹੇ ਸੀ ਭਾਰਤੀ ਫੌਜ ਦੇ ਵਿੱਚ ਔਰ ਹੌਲੀ ਹੌਲੀ ਵਕਤ ਦੇ ਮੁਤਾਬਕ ਜਿਹੜੇ ਰਿਫਾਰਮਸ ਹੋਏ ਉਹਦੇ 'ਚ ਇਹ ਮਹਿਸੂਸ ਕੀਤਾ ਗਿਆ ਕਿ ਅਸੀਂ ਆਪਣੀ ਆਰਮੀ ਨੂੰ ਬਹੁਤ ਯੰਗ ਬਣਾਉਣਾ ਹੈ ਔਰ ਇਸੇ ਕਰਕੇ ਜਿਹੜੀ ਇਹ ਸਕੀਮ ਇੰਟਰੋਡਿਊਸ ਕੀਤੀ ਗਈ ਤਾਂ ਕਿ ਜਿਹੜੀ ਸਾਡੀ ਐਵਰੇਜ ਲਾਈਫ ਹੈ ਯੰਗ ਪਰਸਨਸ ਦੀ ਆਰਮੀ ਦੇ ਵਿੱਚ ਉਹ 26 ਸਾਲ ਦੇ ਕਰੀਬ ਆ ਜਾਏ, ਜਿਹੜੀ ਪਹਿਲਾਂ 32 ਈਅਰ ਦੇ ਕਰੀਬ ਹੈ। ਔਰ ਉਹਨਾਂ ਨੇ ਬੜਾ ਦਿਲਚਸਪ ਫੈਕਟਰ ਦੱਸਿਆ ਕਿ ਹਰ ਸਾਲ 17,600 ਦੇ ਕਰੀਬ ਜਿਹੜੇ ਸਾਡੇ ਆਰਮੀ ਮੈਨ ਨੇ ਉਹ ਵਕਤ ਤੋਂ ਪਹਿਲਾਂ ਰਿਟਾਇਰਮੈਂਟ ਲੈ ਜਾਂਦੇ ਨੇ। ਇਹ ਵੀ ਉਹਨਾਂ ਨੇ ਇੱਕ ਆਪਣੀ ਚਿੰਤਾ ਪ੍ਰਗਟ ਕੀਤੀ ਔਰ ਜਿੱਥੋਂ ਤੱਕ ਗੱਲ ਰਹੀ, ਸਾਰੇ ਵੱਡੇ ਅਫਸਰਾਂ ਨੇ ਸਾਫ਼ ਕਿਹਾ ਕਿ ਅਸੀਂ ਜਿਹੜੇ ਵੀ ਸਾਡੇ ਅਗਨੀਵੀਰ ਆਉਣਗੇ ਉਹਨਾਂ ਨੂੰ ਮੈਡੀਕਲ ਲੀਵ ਵੀ ਮਿਲੇਗੀ, ਉਹਨਾਂ ਨੂੰ 1 ਮਹੀਨੇ ਦੀ ਛੁੱਟੀ ਹੈ 1 ਸਾਲ ਦੇ ਵਿੱਚ ਔਰ ਅਗਰ ਉਹ ਸਿਆਚਿਨ ਵਰਗੇ ਇਲਾਕੇ ਦੇ ਵਿੱਚ ਵੀ ਉਹਨਾਂ ਦੀ ਡਿਊਟੀ ਲੱਗਦੀ ਹੈ ਅਤੇ ਉਹਨਾਂ ਨੂੰ ਦੂਸਰੇ ਜਿਹੜੇ ਸਾਡੇ ਆਰਮੀ ਪਰਸਨ ਹੈ ਉਹਨਾਂ ਦੇ ਮੁਕਾਬਲੇ ਦੇ ਵਿੱਚ ਫੈਸਿਲਿਟੀਜ਼ ਮਿਲਣਗੇ। ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੈ ਔਰ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਸਕੀਮ ਅਸੀਂ ਬਹੁਤ ਸੋਚ ਸਮਝ ਕੇ ਬਣਾਈ ਹੈ, ਬਹੁਤ ਲੰਮੀ ਸੋਚ ਵਿਚਾਰ ਦੇ ਨਾਲ ਬਣਾਈ ਹੈ ਔਰ ਇਹ ਪ੍ਰੋਸੈਸ ਅੱਗੇ ਜਾਰੀ ਰਹੇਗਾ। ਹਾਲਾਂਕਿ ਆਉਂਦੇ ਸਮੇਂ 'ਚ ਉਹਨਾਂ ਨੇ ਰਿਕਰੂਟਮੈਂਟ ਦੀ ਗੱਲ ਵੀ ਦੱਸੀ ਔਰ ਥਲ ਸੈਨਾ ਦੇ ਵਿੱਚ ਹੀ 2023 ਤੱਕ 40,000 ਰਿਕਰੂਟਮੈਂਟ ਹੈ ਜਿਹੜੀ ਉਹ ਹੋ ਜਾਣੀ ਹੈ। ਸੋ ਉਹਨਾਂ ਨੇ ਵੱਖ-ਵੱਖ ਰਿਕਰੂਟਮੈਂਟ ਦੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਦੱਸੇ ਨੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਸਾਡੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਵੀ ਸਾਰੇ ਪੱਖ ਸੋਚਣੇ ਚਾਹੀਦੇ ਨੇ, ਸਾਰੀਆਂ ਸਹੂਲਤਾਂ ਦੇ ਪੱਖ ਸੋਚਣੇ ਚਾਹੀਦੇ ਨੇ। 17.5 ਤੋਂ 21 ਸਾਲ ਤੱਕ ਦੀ ਉਮਰ ਸੀ, ਇਹਨੂੰ ਵਧਾ ਦਿੱਤਾ ਗਿਆ, ਕੁਝ ਸਮੇਂ ਲਈ ਇਹਦੇ 'ਚ ਵਾਧਾ ਕਰ ਦਿੱਤਾ ਗਿਆ ਔਰ 11.71 ਲੱਖ ਰੁਪਇਆ 4 ਸਾਲ ਬਾਅਦ ਮਿਲਣਾ ਹੈ। ਜਿਹੜੇ ਬਹੁਤ ਸਾਰੇ ਪੋਲੀਟੀਕਲ ਲੋਕ ਕਹਿ ਰਹੇ ਨੇ ਕਿ ਰਿਟਾਇਰਮੈਂਟ ਕਰ ਦੇਣਾ, ਕੋਈ ਪੈਨਸ਼ਨ ਨਹੀਂ। 21 ਸਾਲ ਦੇ ਵਿੱਚ ਜਦੋਂ ਕਿਸੇ ਵੀ ਸਾਡੇ ਅਗਨੀਵੀਰ ਨੂੰ, ਜਿਹਨੂੰ ਮੈਂ ਵਿਦਿਆਰਥੀ ਮੰਨੂੰਗਾ 21 ਸਾਲ ਦੇ ਨੂੰ, ਅਗਰ ਉਹ ਬਾਹਰ ਆਉਂਦਾ ਹੈ ਤਾਂ ਰੱਖਿਆ ਮੰਤਰਾਲੇ 'ਚ ਰਿਜ਼ਰਵੇਸ਼ਨ ਹੈ ਔਰ ਸੂਬੇ ਸਰਕਾਰਾਂ ਨੂੰ ਪਹਿਲ ਕਰਨਾ ਚਾਹੀਦਾ। ਹਰ ਸੂਬਾ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਪੁਲਿਸ 'ਚ ਵੀ ਐਡਜਸਟ ਕਰਾਂਗੇ ਔਰ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਰਿਜ਼ਰਵੇਸ਼ਨ ਦੇਵਾਂਗੇ, ਜਿਹਦੇ ਨਾਲ ਅਸੀਂ ਮਿਲ ਜੁਲ ਕੇ ਜਿਹੜੀ ਸਾਡੀ ਫੌਜ ਹੈ ਉਹਦੀ ਤਾਕਤ ਬਣਾਈਏ। ਔਰ ਫੌਜ ਬਹੁਤ ਸੋਚ ਸਮਝ ਕੇ ਦੇਸ਼ ਦੀ ਸਿਕਿਉਰਿਟੀ ਲਈ ਅਜਿਹੇ ਫੈਸਲੇ ਕਰਦੀ ਹੈ। ਫੌਜ ਦੇ ਮਸਲਿਆਂ 'ਤੇ ਜਿਹੜੀ ਸਿਆਸਤ ਹੈ ਉਹ ਨਹੀਂ ਹੋਣੀ ਚਾਹੀਦੀ, ਮੈਨੂੰ ਇਹ ਲੱਗਦਾ ਹੈ। उधर कांग्रेस के साबका आगू गुरजीत औजला ने भी प्रधानमंत्री की यह योजना अग्निपथ का विरोध किया। उन्होंने इसके विरोध के जंतर मंतर के बाहर भारी इकट्ठ करके इसका विरोध किया। इस तो बाद गुरजीत औजला और उन्होंने नाल आए विधायकों ने भी बयान दिता। सुनते हाँ उन्होंने बयान, उस तो बाद बढ़ते हैं अगली खबर के वाल। ਅੱਜ ਰਾਸ਼ਟਰੀ ਕਾਂਗਰਸ ਵੱਲੋਂ ਸਾਡੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੱਤਿਆਗ੍ਰਹਿ ਕੀਤਾ ਜਾ ਰਿਹਾ ਜੰਤਰ ਮੰਤਰ ਵਿਖੇ। ਜਿਹੜਾ ਅਗਨੀਪਥ ਜਿਹੜੀ ਕਿ ਅਗਜ਼ਨੀ ਜਿਹੜੀ ਲੋਕਾਂ ਦੇ ਦਿਲਾਂ 'ਚ ਲਾਤੀ, ਨੌਜਵਾਨਾਂ ਦੇ ਜਿਹੜੇ ਅੱਜ ਰੁਜ਼ਗਾਰ ਉਡੀਕਦੇ ਨੇ, ਜਿਹਨਾਂ ਨੂੰ 8 ਸਾਲ ਹੋ ਗਏ ਆ ਸਰਕਾਰ ਦੇ। ਜੇ ਸਰਕਾਰ ਨੇ ਰੁਜ਼ਗਾਰ ਦਾ ਮੌਕਾ ਦਿੱਤਾ, ਇਹਦੇ ਇਹੀ ਸ਼ਰਤ ਲਾਤੀ ਜਿਹੜੀ ਬਣ ਹੀ ਨਹੀਂ ਸਕਦੀ। ਇੱਕ ਦੇਸ਼ ਦਾ ਜਿਹੜਾ ਸੁਰੱਖਿਆ ਕਰਮਚਾਰੀ ਜਿਹੜਾ ਖਾਸ ਕਰ ਫੌਜ ਦੀ ਭਰਤੀ ਹੈ, ਉਹ ਤੇ ਬੜੀ ਇੱਕ ਰਿਸ਼ਤਾ ਬਣਦਾ, ਉਹਦਾ ਸਮੇਂ ਦੇ ਨਾਲ ਬਣਦਾ ਆ, ਇੱਕ ਪਲਟੂਨ ਦੇ ਨਾਲ ਬਣਦਾ, ਇੱਕ ਸਾਥੀਆਂ ਨਾਲ ਬਣਦਾ ਆ। ਉਹਨੂੰ ਪਤਾ ਹੁੰਦਾ ਕਿ ਮੈਂ ਰਿਟਾਇਰ ਦੀ ਉਮਰ ਤੱਕ ਇਹਦੀ ਦੇਸ਼ ਦੀ ਸੇਵਾ ਕਰਨੀ। ਉਹਨਾਂ 'ਚ ਦੇਸ਼ ਦੀ ਭਗਤੀ ਕੁੱਟ-ਕੁੱਟ ਕੇ ਭਰੀ ਜਾਂਦੀ ਹੈ। ਜਿਹੜੇ ਬੰਦੇ ਨੂੰ ਪਤਾ 4 ਸਾਲ ਮੈਂ ਬਾਹਰ ਆਏ ਨਾ, ਉਹਦਾ ਫਾਇਦਾ ਵੀ ਕੀ ਹੈ? ਨਾ ਉਹਦੇ 'ਚ ਕੋਈ ਰੈਂਕ, ਨਾ ਉਹਦੀ ਕੋਈ ਪੈਨਸ਼ਨ। ਸੋ ਇਹ ਦੇਸ਼ ਨੂੰ ਇੱਕ ਅਨੌਰਕੀ ਰਾਜਕਤਾ ਦੇ ਮਾਹੌਲ 'ਚ ਸੁੱਟ ਦਿੱਤਾ ਆ। ਅੱਜ ਥਾਂ-ਥਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ, ਪਰ ਮੈਂ ਇੱਕ ਬੇਨਤੀ ਕਰੂੰਗਾ ਮੁਜ਼ਾਹਰਾਕਾਰੀਆਂ ਨੂੰ, ਕਿਰਪਾ ਕਰਕੇ ਜਿਹੜੀ ਦੇਸ਼ ਦੀ ਪ੍ਰਾਪਰਟੀ ਆ ਉਹਨੂੰ ਕਿਰਪਾ ਕਰਕੇ ਨੁਕਸਾਨ ਨਾ ਪਹੁੰਚਾਓ। ਤੁਹਾਡੀ ਹੈ, ਇਹਨਾਂ ਲੋਕਾਂ ਨੇ ਤਾਂ ਫਿਰ ਤੁਹਾਡੇ 'ਤੇ ਟੈਕਸ ਥੋਪ ਦੇਣੇ ਜਿਹਨੂੰ ਬਣਾਉਣ ਵਾਸਤੇ। ਸੋ ਕਿਰਪਾ ਕਰਕੇ ਉਹਨੂੰ ਆਪਾਂ ਬਚਾ ਕਰੀਏ, ਸ਼ਾਂਤਮਈ ਪ੍ਰਦਰਸ਼ਨ ਜਿਹੜਾ ਉਹ ਕਰੋ। ਦੇਖੋ ਬਹੁਤ ਵੱਡਾ ਅਸਰ ਪਏਗਾ। ਜਿਹੜੇ ਨੌਜਵਾਨ ਆਰਮੀ ਵਾਲੇ ਬੰਨੇ ਜਾ ਰਹੇ ਸੀ, ਇਸ ਵੇਲੇ ਨਿਮੋ ਚੁਣੇ ਹੋ ਗਏ ਨੇ, ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੜੀ ਲੰਬੀ ਤਿਆਰੀ ਕਰਨੀ ਪੈਂਦੀ, 4-4 5-5 ਸਾਲ ਮਿਹਨਤ ਕਰਕੇ ਫਿਰ ਜਾ ਕੇ ਆਰਮੀ 'ਚ ਭਰਤੀ ਹੋਇਆ ਜਾਂਦਾ। ਅੱਜ ਉਹ ਪਰੇਸ਼ਾਨ ਨੇ, ਪਰ ਸ਼ਾਂਤਮਈ ਸੰਘਰਸ਼ ਮਤਲਬ ਕਰਨਾ ਜੀ। ਜਿੱਦਾਂ ਸਾਡੇ ਪੰਜਾਬ ਤੋਂ ਸਿੱਖੋ, ਪੰਜਾਬ ਨੇ ਕਿਸਾਨੀ ਸੰਘਰਸ਼ ਬੜਾ ਸ਼ਾਂਤਮਈ ਕੀਤਾ ਸੀ ਤੇ ਸਰਕਾਰ ਨੂੰ ਝੁਕਣਾ ਪਿਆ ਸੀ। तो सरकार ਨੂੰ भी सोचना चाहिए, सरकार ये फैसले ਨੂੰ वापस लवे, जिन्नी जॉब दे सकती है उन्हें सिक्योर जॉब देवे। जो
जो युवा हैं अवकाश के प्राप्त, उनको कैसे उनको और समायोजित उनको जो है वैकल्पिक उन्हें रोजगार मिले करें, संशोधन करें। एक ही बात है, मूल में जब मैंने कहा परिवर्तन, जो अपेक्षाएं हैं युवाओं की जिसको लेके वो उत्तेजित हैं, आक्रोशित हैं, उनमें परिवर्तन करना चाहिए। 4 वर्ष बहुत अल्प समय है, उसको विस्तृत करना चाहिए। उनके अवकाश के प्राप्त बाद जो है उन्हें अल्प कोई विकल्प उन्हें देना चाहिए कि किस तरीके से राष्ट्रीय मुख्यधारा से और अपने पैरों पर खड़े। ਉਧਰ ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਇਕ ਅੱਜ ਚੰਡੀਗੜ੍ਹ ਵਿਖੇ ਪਹੁੰਚੇ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯੋਜਨਾ ਅਗਨੀਪਥ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਪੂਰੇ ਮਸਲੇ ਨੂੰ ਲੈ ਕੇ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ। इसके विरोध में कुछ युवकों ने निदर्शन किए, ये देखा है अखबारों के माध्यम से भी, लेकिन मुझे इसमें ये लगता है कि गुणवत्ता के आधार पर इसका विचार करना चाहिए और इसमें ऐसा लगे कि भाई और कुछ करना चाहिए तो निश्चित तौर पर सुधार करना चाहिए, लेकिन उसका रास्ता बैठकर चर्चा करने का है। घर, मकान, रेलवे स्टेशन, सार्वजनिक चीज़ें जो होती है उसको जलाकर नहीं होते। ऐसा जब होता है तो उसके पीछे कुछ षड्यंत्र है ऐसा लगता है, और ऐसे षड्यंत्र से भी देश ने सावध रहना चाहिए। देश को मिलिट्री की ताकत बढ़ाने की बहुत आवश्यकता है और उस भूमिका में यह सब स्वागतार्ह है, ऐसा मैं मानता हूँ। उधर राजकुमार वेरका पंजाब के मुख्य मंत्री भगवंत सिंह मान के बयान से वरदे नजर आए। उन्होंने भगवंत सिंह मान के बयान से अपना प्रतिक्रम दिता है। भैया भगवंत मान से कौन सा फैसला कर दिया जो लागू कर दिया, बता दो। उन्होंने नौजवानों को महंगाई भत्ता दे दिया जो स्वागत हो गया। उन्हें महलों को 1000 रुपया महीना दे दिया जो स्वागत हो गया। उन्होंने बिजली के बिल सारे माफ कर दिए, बिजली मुफ्त कर दी जो स्वागत हो गया। उन्होंने लॉ एंड ऑर्डर ठीक कर दिया जो स्वागत हो गया। भैया स्वागत किस बात का? आपने नौजवानों को नौकरियां दे दी है। आपने क्या काम किया जिसका लोग स्वागत करें? लोग आम आदमी पार्टी का विरोध कर रहे हैं, स्वागत नहीं कर रहे। आप संगरूर के इलेक्शन में डर करके मंच पे आ रहे हो। आपको पता है आपसे लोग जवाब मांगेंगे, लोग विरोध करेंगे। केंद्र सरकार ने कहा था कि हम गुरु का लंगा खोलेंगे, खोला। उन्होंने कहा था किसानों के खाते में पैसा आएगा, वो आया। उन्होंने कहा था उज्जवल योजना के तहत हर गरीब के घर में कनेक्शन देंगे, उन्होंने दिया। उन्होंने कहा था कि भैया मुद्रा योजना के तहत गरीबों को कर्जे देंगे, उन्होंने दिया। केंद्र सरकार ने जो कहा वो किया, आपने जो किया फ्रॉड किया। पंजाब यूनिवर्सिटी के मसले ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਫੇਸਬੁੱਕ ਤੇ ਪੋਸਟ ਪਾਉਂਦਿਆਂ ਕਿਹਾ, ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਡਮੁੱਲੀ ਵਿਰਾਸਤ ਹੈ। ਪੰਜਾਬ ਦਾ ਇੱਕ ਅਹਿਮ ਹਿੱਸਾ ਹੈ। ਪੰਜਾਬੀਆਂ ਦੀ ਭਾਵਨਾਵਾਂ ਸੰਸਥਾ ਨਾਲ ਬੇਹੱਦ ਜੁੜੀਆਂ ਹੋਈਆਂ ਨੇ। ਉਹਨਾਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਤੁਰੰਤ ਰੋਕਿਆ ਜਾਵੇ। ਉਧਰ ਚੰਡੀਗੜ੍ਹ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ, ਉਸ ਤੋਂ ਬਾਅਦ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਜਿਹੜੀ ਭਾਰਤੀ ਜਨਤਾ ਪਾਰਟੀ ਜੇ ਪੰਜਾਬ ਸੱਤਾ 'ਚ ਨਹੀਂ ਆਈ, ਉਸ ਤੋਂ ਪਹਿਲਾਂ ਵੀ ਪੰਜਾਬ ਦੇ ਹਿੱਤਾਂ ਨਾਲ ਇਸ ਤਰੀਕੇ ਨਾਲ ਖਿਲਵਾੜ ਕਰ ਰਹੀ ਹੈ ਜਾਂ ਡਾਕੇ ਮਾਰ ਰਹੀ ਹੈ। ਅਗਰ ਉਹ ਖੁਦਾ ਨਾ ਖਾਸਤਾ ਕਿਸੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਕਿਸੇ ਉਹਨਾਂ ਨੂੰ ਲੋਕ ਸਭਾ 'ਚ ਸੰਗਰੂਰ ਵਾਲੀ ਮੈਂ ਜ਼ਰੂਰ ਗੱਲ ਕਰੂੰਗਾ, ਹਾਲਾਂਕਿ ਕੋਈ ਰੇਸ 'ਚ ਨਹੀਂ ਗਏ, ਇਹਨਾਂ ਲੋਕਾਂ ਨੂੰ ਸਵਾਲ ਪੁੱਛੇ ਜਾਣ ਇਹਨਾਂ ਨੂੰ ਕਿ ਪੰਜਾਬ ਯੂਨੀਵਰਸਿਟੀ ਤੇ ਇਹਨਾਂ ਦਾ ਕੀ ਕਸੂਰ ਹੈ ਜਿਹੜੀ ਸਾਡੀ ਇੰਨੀ ਹਿਸਟੋਰੀਕਲ 100 ਸਾਲ ਤੋਂ ਪੁਰਾਣੀ ਯੂਨੀਵਰਸਿਟੀ ਆ। ਇਸ ਕਰਕੇ ਜਿਹੜੀ ਸੈਂਟਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਪੰਜਾਬ ਐਂਟੀ ਪੰਜਾਬ ਯੂਨੀਵਰਸਿਟੀ ਦੇ ਖਿਲਾਫ ਉਹਨੂੰ ਮੌਜੂਦਾ ਮਾਨ ਸਾਹਿਬ ਦੀ ਸਰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ। ਜਿਸ ਤਰੀਕੇ ਦੀ ਵੀ ਲੜਾਈ ਜਿਹੜੀ ਆਉਣ ਵਾਲੇ ਟਾਈਮ 'ਚ ਮੌਜੂਦਾ ਸਰਕਾਰ ਨੂੰ ਪੰਜਾਬੀਆਂ ਨੂੰ ਲੜਨੀ ਪਈ ਤੇ ਉਹ ਲੜਾਂਗੇ। ਸੋ ਲੇਕਿਨ ਲਾਸਟ 'ਚ ਮੇਰਾ ਇਹ ਸਵਾਲ ਹੈ, 2008 'ਚ ਅਕਾਲੀ ਦਲ ਬੀਜੇਪੀ ਨੇ ਕੰਪਰੋਮਾਈਜ਼ ਕੀਤਾ, 2021 'ਚ ਕਾਂਗਰਸ ਸਰਕਾਰ ਨੇ ਕੰਪਰੋਮਾਈਜ਼ ਕੀਤਾ ਪੰਜਾਬ ਯੂਨੀਵਰਸਿਟੀ ਦੇ ਹਿੱਤਾਂ ਨੂੰ ਲੈ ਕੇ, ਔਰ ਮੌਜੂਦਾ ਸੈਂਟਰ ਦੀ ਬੀਜੇਪੀ ਸਰਕਾਰ ਕਿਉਂ ਵਾਰ-ਵਾਰ ਪੰਜਾਬ ਦੇ ਅਧਿਕਾਰਾਂ ਤੇ ਪੰਜਾਬ ਦੇ ਹੱਕਾਂ ਤੇ ਕਿਉਂ ਡਾਕੇ ਮਾਰ ਰਹੀ ਹੈ? ਮੇਰਾ ਉਹਨਾਂ ਨੂੰ ਸਵਾਲ ਹੈ। ਔਰ ਪੰਜਾਬੀਆਂ ਨੂੰ ਮੈਂ ਫਿਰ ਇੱਕ ਵਾਰ ਤੁਹਾਡੇ ਰਾਹੀਂ ਬੇਨਤੀ ਕਰੂੰਗਾ, ਕਈ ਵਾਰ ਬੜੇ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਸੀ ਕਿ ਮਾਨ ਸਾਹਿਬ ਬੋਲ ਨਹੀਂ ਰਹੇ। ਮਾਨ ਸਾਹਿਬ ਬਹੁਤ ਦਿਨ ਪਹਿਲਾਂ ਇਸ ਇਸ਼ੂ ਨੂੰ ਟੇਕ ਅਪ ਕਰ ਚੁੱਕੇ ਆ,
ਕੰਸਰਨ ਮਿਨਿਸਟਰੀ ਨਾਲ, HRD ਨਾਲ ਵੀ ਔਰ ਮਿਨਿਸਟਰੀ ਆਫ ਹੋਮ ਅਫੇਅਰ ਆਪਣੇ ਗ੍ਰਹਿ ਮੰਤਰਾਲੇ ਨਾਲ, ਮਾਨਯੋਗ ਅਮਿਤ ਸ਼ਾਹ ਜੀ ਨਾਲ ਵੀ। ਸੋ ਮਾਨ ਸਾਹਿਬ ਹਰੇਕ ਪੰਜਾਬ ਦੇ ਮੁੱਦੇ ਤੇ ਬੜੇ ਸਜਗ ਹੈ, ਜਾਗਰੂਕ ਹੈ, ਜ਼ਿੰਮੇਵਾਰ ਹੈ। ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ, ਹੱਕਾਂ ਨੂੰ ਲੈ ਕੇ ਕਦੀ ਨਹੀਂ ਕਰੂਗੀ। ਔਰ ਪੰਜਾਬ ਯੂਨੀਵਰਸਿਟੀ ਨੂੰ ਬਣਦਾ ਜਿਹੜਾ ਫਾਈਨੈਂਸ਼ੀਅਲ ਅਸਿਸਟੈਂਟ ਹੈ, ਔਰ ਪੰਜਾਬ ਸਰਕਾਰ ਆਉਣ ਵਾਲੇ ਟਾਈਮ 'ਚ ਵੀ ਦਿੰਦੀ ਰਹੂਗੀ। ਅਤੇ ਇਸ ਪੂਰੀ ਖਬਰ ਤੇ ਮੁਕੰਮਲ ਜਾਣਕਾਰੀ ਲਈ ਸਿੱਧਾ ਰੁਖ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਡੱਲਾ ਜੀ ਤੋਂ ਜਾਣਦੇ ਹਾਂ ਇਸ ਪੂਰੀ ਖਬਰ ਦਾ ਅਪਡੇਟ। ਦੇਖੋ, ਬਲਵਿੰਦਰ ਕੰਗ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਭਗਵੰਤ ਮਾਨ ਨੇ ਵੀ ਚਿੱਠੀ ਲਿਖੀ। ਇਹ ਚੰਗਾ ਉਪਰਾਲਾ ਹੈ, ਪਰ ਜਦੋਂ ਸਾਡੇ ਵਿਦਿਆਰਥੀ ਪ੍ਰੋਟੈਸਟ ਕਰਨ ਗਏ ਸੀ ਤੇ ਉਹਨਾਂ ਨਾਲ ਕਿਵੇਂ ਲਾਠੀ ਚਾਰਜ ਕੀਤਾ ਗਿਆ, ਕੁੱਟਮਾਰ ਕੀਤੀ ਗਈ, ਇਹ ਸਾਰੀਆਂ ਚੀਜ਼ਾਂ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਉਸ ਦਿਨ ਭਗਵੰਤ ਮਾਨ ਉਹਨਾਂ ਨੂੰ ਚਾਹੀਦਾ ਸੀ ਕਿ ਆਪਣਾ ਕੋਈ ਮੰਤਰੀ ਭੇਜ ਦਿੰਦੇ ਜਾਂ ਵਿਦਿਆਰਥੀਆਂ ਨੂੰ ਬੁਲਾ ਲੈਂਦੇ। ਸੋ ਚਿੱਠੀ ਲਿਖੀ, ਇਹਦਾ ਸਵਾਗਤ ਹੈ, ਪਰ ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਵਿੱਤੀ ਫਰੀडम ਚਾਹੀਦੀ ਹੈ ਯੂਨੀਵਰਸਿਟੀ ਨੂੰ ਵੀ, ਔਰ ਸੂਬਾ ਸਰਕਾਰ ਕੰਟਰੀਬਿਊਟ ਕਰੇ, ਪੈਸੇ ਦੇ ਤੌਰ ਤੇ ਮਦਦ ਕਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਤਾਂ ਕਿ ਉੱਥੇ ਕੋਈ ਆਵਾਜ਼ ਹੀ ਨਾ ਪੈਦਾ ਹੋਵੇ ਕਿ ਸਾਨੂੰ ਕੇਂਦਰ ਦੇ ਨਾਲ ਅਸੀਂ ਜਾਣ ਨੂੰ ਤਿਆਰ ਹਾਂ, ਕਿਉਂਕਿ ਉੱਥੇ ਮੁਲਾਜ਼ਮਾਂ ਦਾ ਵੀ ਖਿਆਲ ਰੱਖਣਾ ਪੈਣਾ ਹੈ। ਮੁਲਾਜ਼ਮਾਂ ਦੇ ਹਿੱਤ ਵੀ ਵਾਚੇ ਜਾਣ, ਖਿਆਲ ਰੱਖਿਆ ਜਾਵੇ, ਔਰ ਵਿਦਿਆਰਥੀਆਂ ਦੇ ਹਿੱਤ ਹੈ ਜਿਹੜੇ ਉਹ ਵੀ ਅਸੀਂ ਵੇਖਣੇ ਨੇ। ਹਰ ਹਾਲਤ 'ਚ ਪੰਜਾਬ ਯੂਨੀਵਰਸਿਟੀ ਸਾਡੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈਗੀ ਹੈ, ਸਾਡੇ ਪੰਜਾਬ ਦਾ ਪ੍ਰਤੀਬਿੰਬ ਹੈ। ਅਸੀਂ ਇਹਨੂੰ ਸਾਂਭ ਕੇ ਰੱਖੀਏ, ਔਰ ਬਿਲਕੁਲ ਕੇਂਦਰ ਕੋਲੇ ਨਹੀਂ ਜਾਣੀ ਚਾਹੀਦੀ। ਸੂਬੇ ਸਰਕਾਰ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਇਹ ਰਿਪਰੈਜ਼ੈਂਟ ਕਰਦੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਮਲੇਰਕੋਟਲਾ ਵਿਖੇ ਰੋਡ ਸ਼ੋਅ ਕਰਦੇ ਨਜ਼ਰ ਆਏ। ਉੱਥੇ ਇੱਥੇ ਵੱਖੋ ਵੱਖਰੀਆਂ ਪਾਰਟੀਆਂ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਰੋਡ ਸ਼ੋਅ ਕਰ ਰਹੀ ਹੈ। ਉੱਥੇ ਹੀ ਕੱਲ ਸਿਮਰਨਜੀਤ ਸਿੰਘ ਮਾਨ ਵੀ ਰੋਡ ਸ਼ੋਅ ਕਰਦੇ ਨਜ਼ਰ ਆਏ। ਉਹਨਾਂ ਦੇ ਇਸ ਰੋਡ ਸ਼ੋਅ ਵਿੱਚ ਕਾਫੀ ਵਿਅਕਤੀਆਂ ਦਾ ਭਾਰੀ ਇਕੱਠ ਨਜ਼ਰ ਆਇਆ। ਉਧਰ ਬੀਤੇ ਦਿਨੀ ਅਗਨੀਪਥ ਯੋਜਨਾ ਨੂੰ ਲੈ ਕੇ ਲੁਧਿਆਣਾ ਦੇ ਰੇਲਵੇ स्टेशन ਤੇ ਹੋਈ ਘਟਨਾ ਨੂੰ ਲੈ ਕੇ ਲੁਧਿਆਣਾ ਦੇ ADGP रेलवे MFF फारूकी ਵੱਲੋਂ घटना के स्थान पर दौरा किया गया। देखिए, ऐसा है कि हमने रीऑर्गेनाइज़ किया है अपने डिप्लॉयमेंट को आज में, और हम जितनी भी हमारी फोर्स यहाँ पे अवेलेबल है एंट्री गेट्स वगैरह पे, इसके बाद हम अपने प्लेटफॉर्म्स जो हैं उसको भी स्ट्रेंथन कर रहे हैं एंड टू एंड, जो जहाँ से ओपनिंग हो सकती है, बिकॉज रेलवे प्लेटफॉर्म्स पे बहुत सारी ओपनिंग्स हैं जिसको बाहर से मैनेज करना मुश्किल हो जाता है। तो हमने इसके अंदर थोड़ा सा चेंज किया है कि हम प्लेटफॉर्म्स के ऊपर अपनी फोर्स को डिप्लॉय करेंगे, सो दैट अगर कोई बात होती है तो इमीडिएटली रिएक्ट कर सके उसके ऊपर। देखिए, ऐसा जब अगर कोई, पहली बात तो ये कि इस प्लेटफॉर्म पे यात्री भी आते हैं, ऐसी जगह नहीं है जिसको आप बार कर सकें, तो जो कोई अगर आ रहा है तो वो यात्री नहीं है, इसको आइडेंटिफाई करना भी मुश्किल होता है। और उसके अंदर 50-100 लोग अगर दौड़ते हुए इस तरीके से आ जाएं तो दैट इज़ ऑल्सो नॉट पॉसिबल टू कंट्रोल। लेकिन ये कि हमने उसके ऊपर किसी भी तरीके से डैमेज हो, बड़ा डैमेज हो, जिस तरीके से देश के और किसी प्रांतों में हो रहा है, वो हमने होने से रोक दिया, और हमने किसी भी तरीके से उनको और सरकारी संपत्ति को नुकसान पहुँचाने नहीं दिया। उधर पंजाब के व्यापारियों वालों भी पंजाब के बजट को लैके एक ऐलान किया गया। उन्होंने कहा कि पंजाब के आने वाले बजट के विच जेकर व्यापारियों दी मंगां नूं पूरा नहीं किया गया तो 27 जून नूं पंजाब व्यापारियों वालों पंजाब सरकार के खिलाफ भारी संघर्ष किया जाएगा। ਅਤੇ ਹੁਣ सुनते हैं पंजाब के कुछ ताज़ा सियासी बयान। आप पेट्रोल मंत्री रहे हैं सर, अब जो स्थिति निजीकरण को लेकर बनी हुई है उस पर एक सवाल आपसे जानना नहीं, देखिए, कई जो नॉन बीजेपी स्टेट है वहाँ पर पेट्रोल डीजल जो है उसकी आपूर्ति, हाँ, देखिए, कुछ लोगों को अपना लाभ ही नहीं समझता है। अब भारत सरकार ने इसके बारे में एक कंसेशन दिया, और वो कंसेशन ग्राहकों को पास ऑन करने के लिए कहा। तो जो बीजेपी के राज्य सरकारें हैं उन्होंने तो कर दी, वहाँ के लोगों को इतने अन्य दूसरे जहाँ बीजेपी की सरकारें नहीं है, तो बीजेपी की सरकारें जहाँ नहीं हैं वहाँ के लोग चिल्ला रहे हैं कि सरकार, केंद्र सरकार ने ये देने के बाद आप हमको नहीं दे। ये हर चीज़ को राजनीतिक बनाने की जो होड़ है विपक्षों में, वो मुझे लगता है कि जनहित की नहीं है, और इसके लिए जिन्होंने नहीं दिया है उनको महंगा पड़ेगा, ऐसा मुझे लगता है। जो लाभ है देते रहना चाहिए, और जो ऊपर से आया है, और दुनिया में ख्याल में रखना चाहिए कि पेट्रोलियम प्रोडक्ट्स की कीमतें बढ़ती जा रही है, और इतनी बढ़ती जा रही है, वहाँ यूक्रेन और रूस में जो लड़ाई चल रही है उसके कारण
बहुत इंटरनेशनल बाजार में उछाल हो रहे हैं। ऐसे में इस बात को छोटे दिल से देखना मैं मानता हूँ कि राष्ट्रीय हित में नहीं है। तो ऐसे जो राज्य है उन्होंने भी लाभ लोगों को देना चाहिए, ऐसा पूर्व पेट्रोलियम मंत्री के नाते मैं बताना चाहता हूँ। धन्यवाद। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਬਹੁਤ ਬਹੁਤ ਧੰਨਵਾਦ।